जी आया ਨੂੰ ਪਿਆਰੇ ਵਿਦਿਆਰਥੀਓ 11th 12th ਕਲਾਸ ਦੀ ਇੰਗਲਿਸ਼ ਦੀ ਬੁੱਕ ਇੰਗਲਿਸ਼ ਗ੍ਰਾਮਰ ਐਂਡ ਕੰਪੋਜੀਸ਼ਨ ਉਸ ਦਾ ਲੈਸਨ ਨੰਬਰ 17 ਨਿਊਜ਼ਪੇਪਰ ਹੈਡਲਾਈਨਸ। ਇਸ ਲੈਸਨ ਦਾ ਬੱਚਿਓ ਆਖਰੀ ਵੀਡੀਓ ਤੇ ਉਹਦੀਆਂ ਆਖਰੀ 5 ਐਕਸਰਸਾਈਜ਼ਸ 16 to 20 ਇਸ ਵੀਡੀਓ ਵਿੱਚ ਕਰਨ ਜਾ ਰਹੇ ਹਾਂ। ਸੋ ਤੁਸੀਂ ਸਾਰੇ ਨੋਟਬੁੱਕ ਅਤੇ ਪੈਨ ਲੈ ਲਓ ਤੇ ਆਨਸਰਸ ਨੂੰ ਕਾਪੀ ਡਾਊਨ ਕਰ ਲਓ। ਵੀਡੀਓ ਨੂੰ ਬੜੇ ਧਿਆਨ ਦੇ ਨਾਲ ਸੁਣੋ ਤੇ ਬਾਅਦ ਵਿੱਚੋਂ ਇਹ ਸਾਰੀ ਐਕਸਰਸਾਈਜ਼ਸ ਨੂੰ ਬਿਨਾਂ ਦੇਖੇ ਆਪਣੇ ਆਪ ਕਰਨ ਦਾ ਅਭਿਆਸ ਜ਼ਰੂਰ ਕਰੋ। ਸੋ शुरू करिए। सो 16th जी हैगी है बच्चों हैडलाइन न्यूज़पेपर दी है PM टू एड्रैस UN जनरल असैंबली। PM का मतलब प्राइम मिनिस्टर, ठीक है ना, नरेंद्र मोदी का जिक्र आएगा। टू एड्रैस मैंने अंदर संबोधन करना, UN मैंने यूनाइटेड नेशंस, ठीक है, यूनाइटेड नेशंस की जनरल असैंबली नू PM ने संबोधन करना है। सो इनमें 3 तरीके लिख देता है। प्राइम मिनिस्टर नरेंद्र मोदी विल अराइव इन न्यूयॉर्क, अर्थात प्राइम मिनिस्टर नरेंद्र मोदी न्यूयॉर्क ऑन जुलाई 13 पहुंचणगे टू एड्रैस द यूनाइटेड नेशंस जनरल असैंबली, यूनाइटेड नेशन जनरल असैंबली ਨੂੰ ਸੰਬੋਧਨ ਕਰਨ ਲਈ ऑन जुलाई 14 ਆਣਗੇ जुलाई 13 ਨੂੰ, ਉੱਥੇ ਰਾਤੀ ਟਿਕਣਗੇ ਤੇ जुलाई 14 ਨੂੰ ਕਰਨਗੇ ਐਜ਼ ਦੀ ਫਸਟ ਸਪੀਕਰ ਆਫ ਦਾ ਡੇ। ਅਰਥਾਤ ਹੋਰ ਬੁਲਾਰੇ ਵੀ ਹੋਣਗੇ ਪਰ ਨਰਿੰਦਰ ਮੋਦੀ ਸਾਹਿਬ ਜਿਹੜੇ ਨੇ ਉਹ ਅਸੈਂਬਲੀ ਨੂੰ ਸੰਬੋਧਨ ਕਰਨ ਵਾਲੇ ਪਹਿਲੇ ਬੁਲਾਰੇ ਹੋਣਗੇ, ਠੀਕ ਹੈ, ਇਹਦਾ ਮਤਲਬ ਹੈ। दूजे ढंग ਨਾਲ इधर लिख सकते हैं प्राइम मिनिस्टर नरेंद्र मोदी सेट टू एड्रैस द 76th सैशन ऑफ द यूनाइटेड नेशंस जनरल असैंबली। अर्थात प्राइम मिनिस्टर नरेंद्र मोदी पूरी तैयारी च ने 76वां सैशन ਨੂੰ ਸੰਬੋਧਨ ਕਰਨ ਲਈ यूनाइटेड नेशन जनरल असैंबली ਦੇ इन पर्सन टुडे। इन पर्सन ਦਾ मतलब ਆਪ ਆਫਲਾਈਨ, मतलब कि ऑनलाइन नहीं। कोविड ਦੇ ਦੌਰਾਨ ਕਾਫੀ ਜਿਹੜੀਆਂ ਕਾਨਫਰੰਸਿਸ ਹੋਈਆਂ ਨੇ, ਅਸੈਂਬਲੀਆਂ ਹੁੰਦੀਆਂ ਨੇ, ਉਹ ਆਨਲਾਈਨ ਹੁੰਦੀਆਂ ਰਹੀਆਂ ਨੇ, ਜ਼ੂਮ ਰਾਹੀਂ ਜਾਂ ਗੂਗਲ ਮੀਟ ਰਾਹੀਂ। ਇਹ ਹੈਗਾ ਇਨ ਪਰਸਨ भी आप उत्थे जाके। The first time since the COVID-19 pandemic broke out in December 2019, अर्थात ਦਸੰਬਰ 2019 ਵਿੱਚ ਜਦੋਂ COVID-19 ਦੀ ਮਹਾਮਾਰੀ ਫੈਲੀ ਉਸ ਤੋਂ ਬਾਅਦ ਪਹਿਲੀ ਵਾਰ ਆਪਣੇ ਮਤਲਬ ਕਿ ਨਿੱਜੀ ਤੌਰ ਤੇ ਆਪਣੀ ਫਿਜ਼ੀਕਲੀ ਜਾ ਕੇ ਪਰਸਨ ਵਿੱਚ ਜਾ ਕੇ ਉਹ ਸੰਬੋਧਨ ਕਰਨਗੇ। ਇਦਾਂ ਵੀ ਲਿਖ ਸਕਦੇ ਹਾਂ। ਇੱਕ ਹੋਰ ਢੰਗ ਹੈ ਪ੍ਰਾਈਮ ਮਿਨਿਸਟਰ ਨਰਿੰਦਰ ਮੋਦੀ ਔਨ ਵੈਡਨਸਡੇ ਰੀਚਡ ਨਿਊਯਾਰਕ to address the 76th session of the United Nations General Assembly। ਪ੍ਰਾਈਮ ਮਿਨਿਸਟਰ ਨਰਿੰਦਰ ਮੋਦੀ ਬੁੱਧਵਾਰ ਨੂੰ ਨਿਊਯਾਰਕ ਪਹੁੰਚੇ 76ਵੇਂ ਸੈਸ਼ਨ ਨੂੰ ਸੰਬੋਧਨ ਕਰਨ ਲਈ ਯੂਨਾਈਟਿਡ ਨੇਸ਼ਨਸ ਜਨਰਲ ਅਸੈਂਬਲੀ ਦੇ। The UN General Assembly session is likely to commence ਦਾ ਸਟਾਰਟ ਸ਼ੁਰੂ ਹੋਣ ਜਾਏਗਾ from 6 PM IST। IST ਦਾ ਮਤਲਬ ਇੰਡੀਅਨ ਸਟੈਂਡਰਡ ਟਾਈਮ, ਅਰਥਾਤ ਉੱਥੇ ਸਵੇਰ ਹੋਏਗੀ ਤੇ 6:30 ਵਜੇ PM ਸ਼ਾਮ ਦੇ 6 ਵਜੇ ਹੋਣਗੇ ਜਦੋਂ ਇੰਡੀਆ ਵਿੱਚ, ਉਦੋਂ ਅਮਰੀਕਾ ਵਿੱਚ ਸਵੇਰ ਦਾ ਵੇਲਾ ਹੋਏਗਾ, ਉੱਥੋਂ ਸਟਾਰਟ ਹੋਏਗਾ। ਤੇ ਇਹਨਾਂ ਨੇ ਟਾਈਮ ਦੇ ਦਿੱਤਾ ਹੈ, ਜਿਹੜੇ ਸੁਣਨਾ ਚਾਹੁੰਦੇ ਨੇ, ਆਨਲਾਈਨ ਦੇਖਣਾ ਚਾਹੁੰਦੇ ਨੇ ਟੀਵੀ ਤੇ ਜਾਂ ਜੋ ਲਾਈਵ ਟੈਲੀਕਾਸਟ ਹੋਏਗਾ ਦੇਖਣਾ ਚਾਹੁੰਦੇ ਨੇ, ਉਹਨਾਂ ਦੀ ਸਹੂਲਤ ਲਈ ਦਿੱਤਾ ਹੈ ਸ਼ਾਮੀ 6 ਵਜੇ IST ਮਤਲਬ ਕਿ ਇੰਡੀਅਨ ਸਟੈਂਡਰਡ ਟਾਈਮ ਦੇ ਹਿਸਾਬ ਦੇ ਨਾਲ, ਠੀਕ ਹੈ। ਅੱਗੇ ਚਲੀਏ, ਫਿਰ ਆਗੇ ਬੱਚੋ 17ਵੀਂ ਹੈਡਲਾਈਨ ਆ ਗਈ ਇੰਡੀਆ ਪੁਸ਼ਿਜ਼ ਫॉर ਪਰਮਾਨੈਂਟ ਮੈਂਬਰਸ਼ਿਪ ਐਟ UNSC। ਹੁਣ UNSC ਕੀ ਹੈ ਬੱਚੋ, ਦੇਖੋ ਅਗੇਨ जनरल नॉलेज ਤੇ ਮੈਂ ਬਾਰ-ਬਾਰ ਤੁਹਾਡੇ ਸਟ੍ਰੈਸ ਕਰ ਰਿਹਾ। ਇੱਕ ਪਲੇਲਿਸਟ ਬਣੀ ਹੋਈ ਹੈ ਇਸੇ ਚੈਨਲ ਤੇ, ਉਸਦਾ ਨਾਮ ਹੈ ਐਬਰੀਵੀਏਸ਼ਨਸ। ਉਹ 'ਚ ਬੱਚਿਓ ਇਕਨੋਮਿਕਸ ਦੀ ਐਬਰੀਵੇਸ਼ਨਸ, ਸਾਇੰਸ ਐਂਡ ਟੈਕਨੋਲੋਜੀ ਦੀ ਐਬਰੀਵੇਸ਼ਨਸ, ਜਨਰਲ ਐਬਰੀਵੇਸ਼ਨਸ, ਮਿਲਟਰੀ ਐਬਰੀਵੇਸ਼ਨਸ, ਬਹੁਤ ਸਾਰੀਆਂ ਐਬਰੀਵੇਸ਼ਨਸ ਦੇ ਮੈਂ ਕਰੀਬ 8-10 ਵੀਡੀਓ ਬਣਾਏ ਹੋਏ ਨੇ ਬਹੁਤ ਪਹਿਲੇ, ਤੇ ਤੁਸੀਂ ਉਹਨਾਂ ਨੂੰ ਜ਼ਰੂਰ ਦੇਖੋ, ਉਹ ਤੁਹਾਡੇ ਲਈ ਬਹੁਤ ਸਹਾਈ ਹੋਣਗੇ। ਸੋ UNSC ਦਾ ਮਤਲਬ ਹੈ ਯੂਨਾਈਟਿਡ ਨੇਸ਼ਨ ਸਿਕਿਉਰਿਟੀ ਕਾਉਂਸਲ। ਇਹਦਾ ਮੇਨ ਮਕਸਦ ਹੈਗਾ ਪੂਰੀ ਦੁਨੀਆ ਵਿੱਚ ਸ਼ਾਂਤੀ ਤੇ ਅਮਨ ਕਾਨੂੰਨ ਨੂੰ ਬਰਕਰਾਰ ਰੱਖਣਾ। ਜਦੋਂ ਕਿਤੇ ਕੋਈ ਸਾਂਝੀ ਤੌਰ ਤੇ ਕੋਈ ਜੰਗ ਦੀ ਹਾਲਤ ਹੁੰਦੀ ਹੈ ਤੇ ਬਹੁਤ ਸਾਰੇ ਦੇਸ਼ ਆਪਣਾ ਯੋਗਦਾਨ ਪਾਉਂਦੇ ਨੇ ਜਾਂ ਕੋਈ ਮਸਲੇ ਨੂੰ ਹੱਲ ਕਰਦੇ ਨੇ, ਤਾਂ ਇਹਦਾ ਉੱਥੇ ਕੰਮ ਹੁੰਦਾ, ਠੀਕ ਹੈ। ਸੋ ਇੰਡੀਆ ਪੁਸ਼ਿਜ਼ ਫॉर ਪਰਮਾਨੈਂਟ ਮੈਂਬਰਸ਼ਿਪ। ਹੁਣ ਬੱਚੋ ਪਰਮਾਨੈਂਟ ਮੈਂਬਰ ਕਿੰਨੇ ਨੇ UNSC ਵਿੱਚ, ਇਹ ਵੀ ਪਤਾ ਹੋਣਾ ਚਾਹੀਦਾ। ਇਹ 'ਚ ਇਸ ਵੇਲੇ ਸਿਰਫ 5 ਮੈਂਬਰ ਨੇ। ਕਿਹੜੇ ਕਿਹੜੇ? ਰਸ਼ੀਆ, ਚਾਈਨਾ, ਅਮਰੀਕਾ, ਯੂਨਾਈਟਿਡ ਕਿੰਗਡਮ ਜਿਹੜਾ ਬ੍ਰਿਟੇਨ ਹੈ, ਤੇ ਫਰਾਂਸ। ਤੇ ਇੰਡੀਆ ਕਾਫੀ ਦੇਰ ਤੋਂ ਮੰਗ ਕਰ ਰਿਹਾ ਹੈ ਕਿ ਉਹਨੂੰ ਵੀ ਪਰਮਾਨੈਂਟ ਮੈਂਬਰਾਂ ਵਿੱਚੋਂ ਲਿਆ ਜਾਵੇ, ਉਹਦੀ ਮੰਗ ਰਹੀ ਹੈ, ਠੀਕ ਹੈ। ਸੋ ਉਹਦੇ ਬਾਰੇ ਹੈਗਾ ਇੰਡੀਆ ਔਨ ਟਿਊਜ਼ਡੇ ਮੇਡ ਅ ਰੀਨਿਊਡ ਪੁਸ਼। ਰੀਨਿਊਡ ਮੈਨੇ ਪੁਸ਼ ਮੈਨੇ ਮੁੜ ਕੇ ਫਿਰ ਦੁਬਾਰਾ ਨਵੇਂ ਜੋਸ਼ ਦੇ ਨਾਲ, ਮਤਲਬ ਕਿ ਪੁਸ਼ ਮੈਨੇ ਜ਼ੋਰ ਲਾਇਆ ਇੱਕ ਹੋਰ ਮੁੜ ਕੇ ਦੁਬਾਰਾ ਫਿਰ ਫॉर ਰਿਫਾਰਮਸ ਮੈਨੇ ਸੁਧਾਰ ਲਈ ਵਿਦਿਨ ਦੀ ਯੂਨਾਈਟਿਡ ਨੇਸ਼ਨ ਸਿਕਿਉਰਿਟੀ ਕਾਉਂਸਲ। ਇਹ ਯੂਨਾਈਟਿਡ ਨੇਸ਼ਨ ਸਿਕਿਉਰਿਟੀ ਕਾਉਂਸਲ ਦੇ ਵਿੱਚ ਸੁਧਾਰ ਲਈ ਇੰਡੀਆ ਨੇ ਮੰਗਲਵਾਰ ਨੂੰ ਮੁੜ ਕੇ ਫਿਰ ਦੁਬਾਰਾ ਇਹਦੇ ਬਾਰੇ ਆਪਣਾ ਜ਼ੋਰ ਲਾਇਆ, ਹਿਮਾਇਤ ਕੀਤੀ ਵੀ ਇੱਦਾਂ ਕਰੋ। ਸੇਇੰਗ ਦੈਟ, ਇਹ ਕਹਿੰਦੇ ਹੋਏ ਕਿ ਇਟਸ ਪਰਮਾਨੈਂਟ ਮੈਂਬਰਸ਼ਿਪ ਮਸਟ ਰਿਪਰੈਜ਼ੈਂਟ ਆਲ ਰੀਜਨਸ ਆਫ ਦਾ ਵਰਲਡ।
कि ਜਿਹੜੀ ਇਹਦੀ ਪਰਮਾਨੈਂਟ ਮੈਂਬਰਸ਼ਿਪ ਹੈਗੀ ਏ ਉਹ ਦੁਨੀਆ ਦੇ ਸਾਰੇ ਇਲਾਕਿਆਂ ਦੀ ਨੁਮਾਇੰਦਗੀ ਕਰਨੀ ਚਾਹੀਦੀ ਹੈ, ਕਿਉਂਕਿ ਯੂਕੇ ਯੂਰਪ ਜਿਹੜਾ ਯੂਕੇ ਫਰਾਂਸ ਯੂਰਪ ਵਿੱਚ ਆ ਗਿਆ, ਰਸ਼ੀਆ ਵੱਖਰਾ ਹੋ ਗਿਆ ਵੱਡਾ ਮੇਨ ਦੇਸ਼, ਤੇ ਚਾਈਨਾ ਤੇ ਅਮਰੀਕਾ ਵੱਡਾ ਹੋ ਗਿਆ, ਤੇ ਇੰਡੀਆ ਵਾਲੇ ਪਾਸੇ ਕਿਸੇ ਦਾ ਧਿਆਨ ਨਹੀਂ ਹੈਗਾ। ਤੇ ਉਹ ਕਹਿੰਦੇ ਵੀ ਕਹਿਣ ਦਾ ਤਰੀਕਾ ਵੀ ਇਹਦੇ ਵਿੱਚ ਤੁਸੀਂ ਸੁਧਾਰ ਲਿਆਓ ਤੇ ਨੁਮਾਇੰਦਗੀ ਜਿਹੜੀ ਹੈ ਪੂਰੀ ਦੁਨੀਆ ਦੇ ਇਲਾਕਿਆਂ ਦੀ ਹੋਣੀ ਚਾਹੀਦੀ ਹੈ, ਐਂਡ ਬੀ ਇਨ ਟਿਊਨ ਵਿਦ ਕੰਟੈਂਪਰੇਰੀ ਰਿਐਲਿਟੀਜ਼। ਵੀ ਇਹ 5 ਮੈਂਬਰ ਤੇ ਬਹੁਤ ਪੁਰਾਣੇ ਬਣੇ ਹੋਏ ਨੇ। ਕੰਟੈਂਪਰੇਰੀ ਹੁੰਦਾ ਸਮਕਾਲੀ, ਰਿਐਲਿਟੀਜ਼ ਮੈਨੇ ਹਕੀਕਤਾਂ, ਜ਼ਮੀਨੀ ਜੋ ਸੱਚਾਈ ਹੈ, ਜੋ ਇਸ ਵੇਲੇ ਦੇ ਕੰਟੈਂਪਰੇਰੀ ਸਮਕਾਲੀ ਹਾਲਾਤ ਨੇ ਉਹਦੇ ਨਾਲ ਮੇਲ ਖਾਂਦੀ ਹੋਣੀ ਚਾਹੀਦੀ ਹੈ ਯੂਨਾਈਟਿਡ ਨੇਸ਼ਨਸ ਦੀ ਪਰਮਾਨੈਂਟ ਮੈਂਬਰਸ਼ਿਪ। ਠੀਕ ਹੈ, ਸੋ ਦੂਜੇ ਢੰਗ ਨਾਲ ਇੱਦਾਂ ਲਿਖ ਸਕਦੇ ਹਾਂ, ਇੰਡੀਆ ਅਗੇਨ ਪੁਸ਼ਡ ਫॉर ਅਰਜੈਂਟ। ਇੰਡੀਆ ਨੇ ਫੇਰ ਦੁਬਾਰਾ ਮੁੜ ਕੇ ਜ਼ੋਰ ਲਾਇਆ, ਅਰਜੈਂਟ ਮੈਨੇ ਅਤ ਜ਼ਰੂਰੀ, ਲੌਂਗ ਪੈਂਡਿੰਗ, ਬਹੁਤ ਸਮੇਂ ਦੀ ਲਟਕਦੀ ਹੋਈ ਲਮਕਦੀ ਹੋਈ ਰਿਫਾਰਮ ਮੈਨੇ ਸੁਧਾਰ। emphasizing ਇਹ ਜ਼ੋਰ ਦਿੰਦੇ ਹੋਏ, ਇਸ ਗੱਲ ਤੇ ਪੁਸ਼ ਕਰਦੇ ਹੋਏ that it rightly deserves a place at UN Security Council as a permanent member। ਇਹ ਕਹਿੰਦੇ ਹੋਏ ਕਿ ਇੰਡੀਆ ਦਾ ਪੂਰਾ ਹੱਕ ਬਣਦਾ ਹੈ UN Security Council ਵਿੱਚ ਪਰਮਾਨੈਂਟ ਮੈਂਬਰ ਬਣਨ ਦਾ। ਠੀਕ ਹੈ, ਅੱਗੇ ਚਲੀਏ। 18ਵੀਂ ਆ ਗਈ, US frustration with Pakistan on high। ਅਰਥਾਤ US ਦੀ ਜੋ ਫਰਸਟ੍ਰੇਸ਼ਨ ਹੈ, ਖਿਜੀ ਹੈ ਪਾਕਿਸਤਾਨ ਦੇ ਨਾਲ, ਉਹ ਸ਼ਿਖਰ ਤੇ ਹੈ, ਮਤਲਬ ਹੋਰ ਵੱਧ ਗਈ ਹੈ। ਇਹਦਾ ਮਤਲਬ US ਮੈਨੇ ਯੂਨਾਈਟਿਡ ਸਟੇਟਸ। ਸੋ ਪ੍ਰੈਜ਼ੀਡੈਂਟ ਡੋਨਾਲਡ ਟਰੰਪ ਦੇ ਵੇਲੇ ਹੋਇਆ ਸੀਗਾ, ਉਦੋਂ ਵੇਲੇ ਦੀ ਹੈਡਲਾਈਨ ਹੈਗੀ ਹੈ, ਪ੍ਰੈਜ਼ੀਡੈਂਟ ਡੋਨਾਲਡ ਟਰੰਪਸ ਹਾਰਸ਼ ਵਰਡਸ, ਹਾਰਸ਼ ਮੈਨੇ ਬੜੇ ਕੌੜੇ ਸਖਤ ਖਰਵੇਂ ਬੋਲ ਬੋਲੇ ਫॉर ਪਾਕਿਸਤਾਨ, ਪਾਕਿਸਤਾਨ ਲਈ। ਪ੍ਰੈਜ਼ੀਡੈਂਟ ਡੋਨਾਲਡ ਟਰੰਪਸ ਹਾਰਸ਼ ਵਰਡਸ ਫॉर ਪਾਕਿਸਤਾਨ ਵਾਈਲ ਸਪੀਕਿੰਗ ਔਨ ਸਾਊਥ ਏਸ਼ੀਆ ਸਟ੍ਰੈਟਜੀ reflect the growing frustration within the US government over Islamabad's continued support for cross-border terrorism। ਇਹਨੂੰ ਤੋੜ ਕੇ ਬੋਲੋ, ਮਤਲਬ ਕਿ ਬ੍ਰੇਕ ਕਰਕੇ ਬੋਲੋ, ਇਹ ਵੱਡਾ ਸੈਂਟੈਂਸ ਹੈ, ਬ੍ਰੇਕ ਕਰਕੇ ਦੇਖੋ। ਪ੍ਰੈਜ਼ੀਡੈਂਟ ਡੋਨਾਲਡ ਟਰੰਪਸ ਹਾਰਸ਼ ਵਰਡਸ ਫॉर ਪਾਕਿਸਤਾਨ, ਅਰਥਾਤ ਪ੍ਰੈਜ਼ੀਡੈਂਟ ਡੋਨਾਲਡ ਟਰੰਪ ਦੇ ਪਾਕਿਸਤਾਨ ਲਈ ਖਰਵੇਂ ਬੋਲ, ਇਹ ਇੱਥੇ ਹੋ ਗਿਆ ਫॉर ਪਾਕਿਸਤਾਨ। ਕਦੋਂ? ਵਾਈਲ ਸਪੀਕਿੰਗ ਔਨ ਸਾਊਥ ਏਸ਼ੀਆ ਸਟ੍ਰੈਟਜੀ, ਸਾਊਥ ਏਸ਼ੀਆ ਦੀ ਜੋ ਨੀਤੀ ਹੈ ਉਹਦੇ ਬਾਰੇ ਬੋਲਦੇ ਹੋਏ। ਰਿਫਲੈਕਟ ਦੀ ਗਰੋਇੰਗ ਫਰਸਟ੍ਰੇਸ਼ਨ, ਅਮਰੀਕਾ ਅੰਦਰ ਵੱਧਦੀ ਖਿਜੀ ਨੂੰ ਦਰਸਾਉਂਦੇ ਹਨ। ਕੌਣ? ਹਾਰਸ਼ ਵਰਡਸ, ਖਰਵੇਂ ਬੋਲ ਅਮਰੀਕਾ ਦੀ ਵੱਧਦੀ ਖਿਜੀ ਨੂੰ ਦਰਸਾਉਂਦੇ ਹਨ। ਵਿਦਿਨ ਦੀ US ਗਵਰਨਮੈਂਟ, ਅਮਰੀਕਨ ਸਰਕਾਰ ਦੇ ਅੰਦਰ। ਕਿਸ ਬਾਰੇ? ਓਵਰ ਇਸਲਾਮਾਬਾਦ, ਇਸਲਾਮਾਬਾਦ ਮੈਨੇ ਪਾਵਰ ਸੈਂਟਰ, ਪਾਕਿਸਤਾਨ ਦੀ ਸਰਕਾਰ। ਕੰਟੀਨਿਊਡ ਸਪੋਰਟ ਫॉर ਕ੍ਰਾਸ ਬਾਰਡਰ ਟੈਰਰਿਜ਼ਮ, ਅਰਥਾਤ ਇਸਲਾਮਾਬਾਦ ਦਾ ਜਿਹੜਾ ਲਗਾਤਾਰ ਜਾਰੀ ਹੈ ਹੱਲਾਸ਼ੇਰੀ ਸਪੋਰਟ ਹੈਗਾ, ਮਤਲਬ ਕਿ ਸਰਹੱਦ ਦੇ ਆਰ ਪਾਰ ਦਾ ਜਿਹੜਾ ਜੋ ਦਹਿਸ਼ਤ ਦਾ ਮਾਹੌਲ ਹੈ, ਦਹਿਸ਼ਤਗਰਦੀਆਂ ਨੂੰ ਜੋ ਮਦਦ ਕਰ ਰਿਹਾ ਹੈ ਸਰਕਾਰ ਇਸਲਾਮਾਬਾਦ ਦੀ, ਉਹਦੇ ਬਾਰੇ ਜਿਹੜਾ ਅਮਰੀਕਾ ਦੀ ਜਿਹੜੀ ਸਰਕਾਰ ਹੈ ਉਹਦੇ ਵਿੱਚ ਪਾਕਿਸਤਾਨ ਦੇ ਪ੍ਰਤੀ ਖਿਜੀ ਵੱਧਦੀ ਪਈ ਹੈ। ਠੀਕ ਹੈ, ਤੇ ਦੂਜੇ ਤਰੀਕੇ ਨਾਲ ਇੱਦਾਂ ਲਿਖ ਸਕਦੇ, ਇਨ ਅ ਸਟਰੋਂਗ ਸਿਗਨਲ ਆਫ ਅਮਰੀਕਨ ਫਰਸਟ੍ਰੇਸ਼ਨ, ਅਰਥਾਤ ਅਮਰੀਕਨ ਖਿਜੀ ਨੂੰ ਬੜੇ ਸਪਸ਼ਟ ਢੰਗ ਦੇ ਨਾਲ ਇੱਕ ਇਸ਼ਾਰਾ ਦਿੰਦੇ ਹੋਏ, ਦੀ US ਹੈਜ਼ ਸਸਪੈਂਡਡ $1.7 ਬਿਲੀਅਨ ਸਿਕਿਉਰਿਟੀ ਏਡ ਟੂ ਪਾਕਿਸਤਾਨ। ਅਮਰੀਕਾ ਨੇ ਜਿਹੜੀ $1.7 ਬਿਲੀਅਨ ਦੀ ਮਦਦ ਦੇਣੀ ਸੀ, ਸੁਰੱਖਿਆ ਮਦਦ ਦੇਣੀ ਸੀ ਪਾਕਿਸਤਾਨ ਨੂੰ, ਉਹਨੂੰ ਸਸਪੈਂਡ ਕਰ ਦਿੱਤਾ ਹੈ, ਅਰਥਾਤ ਉਹ 'ਤੇ ਰੋਕ ਲਗਾ ਦਿੱਤੀ ਹੈ ਏਡ ਟੂ ਪਾਕਿਸਤਾਨ। ਆਫਟਰ ਪ੍ਰੈਜ਼ੀਡੈਂਟ ਡੋਨਾਲਡ ਟਰੰਪਸ ਡਾਇਰੈਕਟਿਵ, ਪ੍ਰੈਜ਼ੀਡੈਂਟ ਡੋਨਾਲਡ ਟਰੰਪ ਦੇ ਹੁਕਮ ਤੋਂ ਬਾਅਦ। ਇਹ ਗੱਲ ਇੱਥੇ ਪੂਰੀ ਹੋ ਗਈ। ਫਿਰ ਕਹਿੰਦੇ ਦੀ ਐਕਸਪਰਟਸ ਸੀ ਦੀ ਮੂਵ ਐਜ਼ ਪਨਿਸ਼ਮੈਂਟ ਫॉर ਇਸਲਾਮਾਬਾਦ's ਅਨਵਿਲਿੰਗਨੈਸ ਟੂ ਐਕਟ ਡਿਸੀਸਿਵਲੀ ਅਗੇਂਸਟ ਦੀ ਐਕਸਟ੍ਰੀਮਿਸਟ ਗਰੁੱਪਸ। ਜਿਹੜੇ ਮਾਹਰ ਲੋਕ ਨੇ ਉਹ ਅਮਰੀਕਾ ਦੀ ਇਸ ਫੈਸਲੇ ਨੂੰ ਪਾਕਿਸਤਾਨ ਵਾਸਤੇ ਇੱਕ ਸਜ਼ਾ ਵਜੋਂ ਦੇਖ ਰਹੇ ਨੇ ਕਿ ਅਮਰੀਕਾ ਨੇ ਪਾਕਿਸਤਾਨ ਨੂੰ ਇਹ ਸਜ਼ਾ ਦਿੱਤੀ ਹੈ। ਕਾਹਦੇ ਲਈ? ਅਨਵਿਲਿੰਗਨੈਸ, ਅਨਵਿਲਿੰਗਨੈਸ ਮਾਨੇ ਉਹਦੀ ਇੱਛਾ ਨਹੀਂ ਹੈਗੀ, ਉਹਦੇ ਵਾਸਤੇ ਯੱਕੋ ਤੱਕੀ ਕਰਦਾ ਪਿਆ। ਕਾਹਦੇ ਲਈ? ਟੂ ਐਕਟ ਡਿਸੀਸਿਵਲੀ ਅਗੇਂਸਟ ਦੀ ਐਕਸਟ੍ਰੀਮਿਸਟ ਗਰੁੱਪਸ, ਜਿਹੜੇ ਅੱਤਵਾਦੀ ਗਰੁੱਪ ਨੇ ਉਹਨਾਂ ਦੇ ਖਿਲਾਫ ਕੋਈ ਫੈਸਲਾਕੁਨ ਕਾਰਵਾਈ ਨਹੀਂ ਕਰਦਾ ਪਿਆ, ਉਹ ਜਿਹੜੀ ਕਾਰਵਾਈ ਨਹੀਂ ਕਰ ਰਿਹਾ ਉਹਦੀ ਇੱਛਾ ਨਹੀਂ ਹੈਗੀ। ਇਹਦੇ ਵਾਸਤੇ ਅਮਰੀਕਾ ਨੇ ਇਹ ਜਾਪਦਾ ਹੈ ਕਿ ਪਾਕਿਸਤਾਨ ਨੂੰ ਇਹ ਸਜ਼ਾ ਦਿੱਤੀ ਹੈ ਕਿ ਉਹਦੀ ਜਿਹੜੀ $1.7 ਬਿਲੀਅਨ ਦੀ ਸਿਕਿਉਰਿਟੀ ਏਡ ਦੇਣੀ ਸੀ ਉਹ ਰੋਕ ਲਈ ਹੈ। ਠੀਕ ਹੈ, ਆ ਗਿਆ 19ਵਾਂ, ਇੰਡੀਆ ਰੀ ਇਲੈਕਟਡ ਔਨ ਇੰਟਰਨੈਸ਼ਨਲ ਮੈਰੀਟਾਈਮ ਕਾਉਂਸਲ, IMOC, ਇੰਟਰਨੈਸ਼ਨਲ ਮੈਰੀਟਾਈਮ ਆਰਗੇਨਾਈਜੇਸ਼ਨ ਕਾਉਂਸਿਲ ਹੁੰਦੀ ਹੈ ਬੱਚਿਓ। ਮੈਂ ਮਰਚੈਂਟ ਨੇਵੀ 'ਚ ਰਿਹਾ, ਤੇ ਇਹ ਮਰਚੈਂਟ ਨੇਵੀ ਨਾਲ ਜੁੜੀ ਸੰਸਥਾ ਹੈਗੀ ਹੈ IMO,
ਸਮੁੰਦਰ ਦੇ ਪਾਣੀ ਦੇ ਜਹਾਜ਼ ਉਹਨਾਂ ਦੇ ਨਾਲ ਇਹਦਾ ਸਾਰਾ ਤਾਲਮੇਲ ਹੁੰਦਾ ਹੈ। ਸੋ ਇੰਡੀਆ ਰੀਇਲੈਕਟਡ ਬਣੇ, ਇੰਡੀਆ ਮੁੜ ਕੇ ਦੁਬਾਰਾ ਚੁਣਿਆ ਗਿਆ ਇੰਟਰਨੈਸ਼ਨਲ ਮੈਰੀਟਾਈਮ ਕੌਂਸਲ ਦੇ ਵਿੱਚ। ਸੋ ਇਹਦਾ ਲਿਖ ਲਾਂਗੇ, India has been re-elected to the International Maritime Organization Council after elections were held at its assembly in London। ਅਰਥਾਤ ਲੰਡਨ ਵਿੱਚ ਇਹਦੀ ਅਸੈਂਬਲੀ 'ਚ ਵੋਟਾਂ ਪੈਣ ਤੋਂ ਮਗਰੋਂ ਇੰਡੀਆ ਮੁੜ ਕੇ ਚੁਣਿਆ ਗਿਆ ਮੈਂਬਰ ਇੰਟਰਨੈਸ਼ਨਲ ਮੈਰੀਟਾਈਮ ਆਰਗੇਨਾਈਜੇਸ਼ਨ ਕੌਂਸਲ ਵਿੱਚ। The newly elected council will meet formally to elect its chairman। ਜਿਹੜੀ ਨਵੀਂ ਚੁਣੀ ਹੋਈ ਕੌਂਸਲ ਹੈ ਉਹ ਰਸਮੀ ਤੌਰ ਤੇ ਹੁਣ ਮਿਲੇਗੀ ਤੇ ਆਪਣਾ ਚੇਅਰਮੈਨ ਚੁਣੇਗੀ। ਠੀਕ ਹੈ, ਤੇ ਦੂਜਾ ਕਹਿ ਸਕਦੇ ਹਾਂ ਫੋਲੋਇੰਗ ਇਲੈਕਸ਼ਨਸ ਹੈਲਡ ਐਟ IMO ਅਸੈਂਬਲੀ ਇਨ ਲੰਡਨ। IMO ਮੈਨੇ ਇੰਟਰਨੈਸ਼ਨਲ ਮੈਰੀਟਾਈਮ ਆਰਗੇਨਾਈਜੇਸ਼ਨ। ਠੀਕ ਹੈ, ਅਰਥਾਤ ਇੰਟਰਨੈਸ਼ਨਲ ਮੈਰੀਟਾਈਮ ਆਰਗੇਨਾਈਜੇਸ਼ਨ ਅਸੈਂਬਲੀ ਦੀਆਂ ਲੰਡਨ ਵਿੱਚ ਇਲੈਕਸ਼ਨਸ ਹੋਣ ਮਗਰੋਂ ਇੰਡੀਆ ਵਾਜ਼ ਰੀ-ਇਲੈਕਟਡ ਟੂ ਦੀ ਇੰਟਰਨੈਸ਼ਨਲ ਮੈਰੀਟਾਈਮ ਆਰਗੇਨਾਈਜੇਸ਼ਨ ਕੌਂਸਲ ਫॉर 2022-23। 2022 ਦੇ ਲਈ 2 ਸਾਲਾਂ ਲਈ ਜਿਹੜਾ ਇੰਡੀਆ ਹੈ ਉਹ ਇੰਟਰਨੈਸ਼ਨਲ ਮੈਰੀਟਾਈਮ ਆਰਗੇਨਾਈਜੇਸ਼ਨ ਕੌਂਸਲ ਲਈ ਮੈਂਬਰ ਚੁਣਿਆ ਗਿਆ। ਰੀ-ਇਲੈਕਟਡ ਮੁੜ ਤੋਂ ਮੈਂਬਰ ਚੁਣਿਆ ਗਿਆ। ਇਲੈਕਟਡ ਮੈਨੇ ਚੁਣਿਆ ਗਿਆ, ਰੀ-ਇਲੈਕਟਡ ਮੁੜ ਤੋਂ ਫਿਰ ਚੁਣਿਆ ਗਿਆ, ਅਰਥਾਤ ਇਸ ਤੋਂ ਪਹਿਲਾਂ ਵੀ ਇੰਡੀਆ ਇਸ ਕੌਂਸਲ ਦਾ ਮੈਂਬਰ ਸੀ। ਅਗਲਾ ਆ ਗਿਆ ਬੱਚੋ, ਆਖਰੀ ਆ ਗਈ ਇਸ ਲੈਸਨ ਦਾ ਵੀ ਆਖਰੀ ਵੀਡੀਓ ਤੇ ਇਸ ਵੀਡੀਓ ਦਾ ਆਖਰੀ ਸਲਾਈਡ। FIFA ਵਰਲਡ ਕੱਪ ਡਰਾਅ ਕੰਪਲੀਟ ਇਨ ਰਸ਼ੀਆ। FIFA ਦਾ ਕੀ ਮਤਲਬ ਹੈ? ਹੁਣ ਇਹ ਐਬਰੀਵੇਸ਼ਨ ਇਹਦਾ ਮਤਲਬ ਹੈ ਇੰਟਰਨੈਸ਼ਨਲ, I ਦਾ ਪਹਿਲਾਂ ਲੈਣਾ ਇੰਟਰਨੈਸ਼ਨਲ ਫੈਡਰੇਸ਼ਨ ਆਫ ਫੁੱਟਬਾਲ ਐਸੋਸੀਏਸ਼ਨ। ਫੈਡਰੇਸ਼ਨ ਹੁੰਦੀ ਹੈ ਕਈ ਗਰੁੱਪਾਂ ਦਾ, ਕਈ ਐਸੋਸੀਏਸ਼ਨਸ ਦਾ ਸਮੂਹ। ਸੋ ਇੰਟਰਨੈਸ਼ਨਲ ਫੈਡਰੇਸ਼ਨ ਆਫ ਫੁੱਟਬਾਲ ਐਸੋਸੀਏਸ਼ਨ, ਇਹਦਾ ਮਤਲਬ ਹੈ ਵਰਲਡ ਕੱਪ ਹੁੰਦਾ ਤੇ ਉਹਦਾ ਡਰਾਅ ਦਾ ਮਤਲਬ ਕੀ ਹੈ ਕਿ ਡਰਾਅ ਹੁੰਦਾ ਬੱਚੋ ਇਹ ਫੈਸਲਾ ਕਰਨਾ ਕਿਹੜੀ ਟੀਮ ਕਿਹਦੇ ਨਾਲ ਕਦੋਂ ਖੇਡੇਗੀ, ਕਿਹਦੇ ਮੈਚ ਕਿਹਦੇ ਨਾਲ ਹੋਣਗੇ। ਅਰਥਾਤ ਰਸ਼ੀਆ ਦੇ ਵਿੱਚ FIFA ਵਰਲਡ ਕੱਪ ਦਾ ਜਿਹੜਾ ਟੀਮਾਂ ਦੀ ਚੋਣ ਕਰਨੀ ਸੀਗੀ ਕਿਹਦਾ ਮੈਚ ਹੋਏਗਾ ਉਹ ਮੁਕੰਮਲ ਹੋ ਗਈ ਹੈ। ਠੀਕ ਹੈ, ਕੰਪਲੀਟ। ਹੁਣ ਇਹਨੂੰ ਇੱਦਾਂ ਲਿਖਾਂਗੇ, ਦੀ 2018 FIFA ਵਰਲਡ ਕੱਪ ਡਰਾਅ ਟੁੱਕ ਪਲੇਸ ਇਨ ਮਾਸਕੋ ਰਸ਼ੀਆ ਔਨ ਫਰਾਈਡੇ। ਅਰਥਾਤ 2018 ਦਾ FIFA ਵਰਲਡ ਕੱਪ ਦਾ ਜਿਹੜਾ ਡਰਾਅ ਸੀਗਾ ਉਹ ਮਾਸਕੋ ਰਸ਼ੀਆ ਵਿੱਚ ਹੋਇਆ ਸ਼ੁੱਕਰਵਾਰ ਨੂੰ। ਦੀ ਹੋਸਟ ਕੰਟਰੀ ਮਤਲਬ ਕੀ ਹੈ? ਜਿਹੜਾ ਕੰਟਰੀ ਇਹਦਾ ਮਹਿਮਾਨ ਨਿਵਾਜ਼ ਹੈ, ਜਿਸ ਕੰਟਰੀ ਵਿੱਚ ਇਹ ਮੈਚ ਹੋਣਾ ਹੈ, ਜਿਹਨੇ ਸਾਰੀ ਸੈਰੀਮਨੀ ਸਮਾਗਮ ਟੀਮਾਂ ਨੂੰ ਜੀ ਆਇਆਂ ਕਹਿਣਾ, ਰਹਿਣ ਰੂਣ ਦਾ ਬੰਦੋਬਸਤ ਕਰਨਾ ਹੈ, ਉਹਨੂੰ ਹੋਸਟ ਕੰਟਰੀ ਕਹਿੰਦੇ ਆ। ਦੀ ਹੋਸਟ ਕੰਟਰੀ ਵਿਲ ਪਲੇ ਸਾਊਦੀ ਅਰੇਬੀਆ ਇਨ ਦੀ ਓਪਨਿੰਗ ਗੇਮ ਆਫ ਨੈਕਸਟ ਈਅਰਸ ਵਰਲਡ ਕੱਪ। ਆਉਂਦੇ ਸਾਲ ਵਿੱਚ ਜਿਹੜਾ ਵਰਲਡ ਕੱਪ ਹੋਏਗਾ ਫੁੱਟਬਾਲ ਦਾ, ਹੋਸਟ ਕੰਟਰੀ ਦਾ ਮਤਲਬ ਰਸ਼ੀਆ, ਕਿਉਂਕਿ ਰਸ਼ੀਆ ਵਿੱਚ ਹੋਇਆ ਨਾ, ਸੋ ਰਸ਼ੀਆ ਹੋਸਟ ਕੰਟਰੀ ਹੈ। ਉਹ ਓਪਨਿੰਗ ਗੇਮ, ਸਭ ਤੋਂ ਪਹਿਲੀ ਗੇਮ ਜਿਹੜੀ ਹੋਏਗੀ, ਓਪਨਿੰਗ ਗੇਮ ਹੋਏਗੀ ਪਹਿਲੀ, ਉਹ ਸਾਊਦੀ ਅਰੇਬੀਆ ਦੇ ਨਾਲ ਰਸ਼ੀਆ ਖੇਡੇਗਾ। ਫਿਰ ਕਹਿੰਦੇ ਰਸ਼ੀਆ ਡਿਊਰਿੰਗ ਦੀ ਸੈਰੀਮਨੀ, ਇਸ ਸਮਾਗਮ ਦੇ ਦੌਰਾਨ ਰਸ਼ੀਆ ਨੇ ਸ਼ੋਕੇਸ ਦੀ ਸਿਟੀਜ਼ ਐਂਡ ਸਟੇਡੀਅਮ that will host the 32 teams next June and July। ਆਉਂਦੇ ਜੂਨ ਜੁਲਾਈ ਵਿੱਚ 32 ਟੀਮਾਂ ਦਾ ਜਿਹੜਾ ਜੀ ਆਇਆਂ ਕਹੇਗਾ ਮੈਚ ਹੋਣਗੇ। ਇਸ ਮੌਕੇ ਦੌਰਾਨ ਉਹਨੂੰ ਆਪਣੇ ਸ਼ਹਿਰਾਂ ਦਾ ਤੇ ਸਟੇਡੀਅਮਾਂ ਦਾ ਪ੍ਰਦਰਸ਼ਨ ਕਰਨ ਦਾ ਮੌਕਾ ਮਿਲਿਆ। ਦੂਜੇ ਢੰਗ ਨਾਲ ਕਹਿ ਸਕਦੇ, ਦੀ ਵਾਈਡਲੀ ਵਾਚਡ 2018 FIFA draw was held at the Kremlin in Moscow। ਵਾਈਡਲੀ ਵਾਚਡ ਮੈਨੇ ਕਿਉਂਕਿ ਇਹਦਾ ਲਾਈਵ ਪ੍ਰਦਰਸ਼ਨ ਹੋਇਆ ਸੀਗਾ ਤੇ ਲੱਖਾਂ ਕਰੋੜਾਂ ਦੀ ਗਿਣਤੀ ਵਿੱਚ ਪੂਰੀ ਦੁਨੀਆ ਵਿੱਚ ਲੋਕਾਂ ਨੇ ਇਸ ਪ੍ਰੋਗਰਾਮ ਨੂੰ ਦੇਖਿਆ। ਵਾਈਡਲੀ ਵਾਚਡ ਅਰਥਾਤ ਪੂਰੀ ਦੁਨੀਆ ਵਿੱਚ ਦੇਖਿਆ ਗਿਆ 2018 ਦਾ FIFA ਡਰਾਅ ਜਿਹੜਾ ਸੀਗਾ ਵਾਜ਼ ਹੈਲਡ ਐਟ ਕ੍ਰੈਮਲਿਨ ਇਨ ਮਾਸਕੋ ਔਨ ਫਰਾਈਡੇ। ਸ਼ੁੱਕਰਵਾਰ ਨੂੰ ਕ੍ਰੈਮਲਿਨ ਨੇ ਉਹ ਜਿਹੜੀ ਥਾਂ ਹੈਗੀ ਹੈ ਮਾਸਕੋ ਵਿੱਚ ਹੋਇਆ। ਦੀ 2018 ਵਰਲਡ ਕੱਪ ਵਿਲ ਬਿਗਿਨ, 2018 ਦਾ ਵਰਲਡ ਕੱਪ ਸ਼ੁਰੂ ਹੋਏਗਾ ਵਿਦ ਹੋਸਟ ਰਸ਼ੀਆ, ਜਿਹੜਾ ਰਸ਼ੀਆ ਹੋਸਟ ਕੰਟਰੀ ਹੈ, ਪਲੇਇੰਗ ਸਾਊਦੀ ਅਰੇਬੀਆ ਇਨ ਮਾਸਕੋ ਔਨ June 14। ਜੂਨ 14 ਨੂੰ ਮਾਸਕੋ ਵਿੱਚ ਹੋਸਟ ਰਸ਼ੀਆ ਜਿਹੜਾ ਹੈ ਉਹ ਸਾਊਦੀ ਅਰੇਬੀਆ ਨਾਲ ਖੇਡੇਗਾ ਤੇ ਉਹਦੇ ਨਾਲ ਹੀ ਮੈਚ ਦੀ ਆਗਾਜ਼ ਹੋ ਜਾਏਗਾ, ਮੈਚ ਦੀ ਆਰੰਭਤਾ ਹੋ ਜਾਏਗੀ, ਮਤਲਬ ਵਰਲਡ ਕੱਪ ਦੀ ਮੈਚ ਦੀ ਸ਼ੁਰੂਆਤ ਹੋ ਜਾਏਗੀ। ਸੋ ਐਸੀ ਕਰੇ ਵਿਦਿਆਰਥੀਓ ਤੁਹਾਡਾ ਲੈਸਨ ਨੰਬਰ 17 ਨਿਊਜ਼ਪੇਪਰ ਹੈਡਲਾਈਨਸ, ਜਿਹਦੀਆਂ 20 ਐਕਸਰਸਾਈਜ਼ ਸੀਗੀਆਂ ਤੇ ਅਸੀਂ ਇਹਨਾਂ ਨੂੰ 5-5 ਵੀਡੀਓ ਬਣਾ ਕੇ 4 ਵੀਡੀਓਜ਼ ਵਿੱਚ ਮੁਕੰਮਲ ਕੀਤਾ ਹੈ। ਸੋ ਆਸ ਕਰਦਾ ਹਾਂ ਇਹ ਵੀਡੀਓਜ਼ ਨੇ ਤੁਹਾਡਾ ਜਿਹੜੀ ਬਣਦੀ ਲੋੜ ਹੈ ਉਹ ਪੂਰੀ ਕਰ ਦਿੱਤੀ ਹੋਏਗੀ ਤੇ ਇਹਨਾਂ ਵੀਡੀਓਜ਼ ਨੂੰ ਦੇਖ ਕੇ ਤੁਹਾਨੂੰ ਇਹ ਐਕਸਰਸਾਈਜ਼ ਕਰਨ ਵਿੱਚ ਜ਼ਰੂਰ ਸਹਾਇਤਾ ਮਿਲੀ ਹੋਏਗੀ। ਸੋ ਪਿਆਰੇ ਵਿਦਿਆਰਥੀਓ, ਤੁਸੀਂ ਇਸੇ ਤਰ੍ਹਾਂ ਨੇਮ ਦੇ ਨਾਲ, ਉਤਸ਼ਾਹ ਦੇ ਨਾਲ, ਅਨੁਸ਼ਾਸਨ ਨਾਲ ਆਪਣੀ ਪੜ੍ਹਾਈ ਕਰੀ ਚਲੋ ਤੇ ਅਗਲੀ ਵੀਡੀਓ ਤੱਕ ਲਈ ਗੁੱਡ ਬਾਏ। ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਰੱਬ ਰਾਖਾ। ਥੈਂਕ ਯੂ ਵੈਰੀ ਮਚ।